बहुत स्वागत है जी सारिਆਂ ਦਾ ਔਰ ਅਜਿੰਦਰਵੀਰ ਕੌਰ ਗਿੱਲ ਜੀ ਦਾ ਖਾਸ ਤੌਰ ਤੇ ਸਵਾਗਤ ਹੈ ਔਰ ਤੁਹਾਨੂੰ ਸਤਿ ਸ੍ਰੀ ਅਕਾਲ ਜੀ। ਤੁਸੀਂ ਖਾਸ ਤੌਰ ਤੇ ਵਕਤ ਕੱਢਦੇ ਹੋ ਔਰ ਬਹੁਤ ਇੰਪੋਰਟੈਂਟ ਟੌਪਿਕ ਹੈ ਅੱਜ। ਸਾਰੇ ਸਟੂਡੈਂਟਸ ਖਾਸ ਤੌਰ ਤੇ ਉਹ ਸਟੂਡੈਂਟਸ ਤਾਂ ਕਾਪੀ ਪੈਨ ਲੈ ਕੇ ਬੈਠ ਜਾਣ। ਮੈਂ ਕਹੂੰਗਾ ਵੀਡੀਓ ਵੀ ਦੁਬਾਰਾ ਦੇਖ ਸਕਦੇ ਆ। ਬੜੀ ਇੰਪੋਰਟੈਂਸ ਵਾਲੀਆਂ ਗੱਲਾਂ ਨੇ ਜਿਹੜੀਆਂ ਅੱਜ ਮੈਂ ਪੁੱਛਣੀਆਂ ਨੇ ਅਜਿੰਦਰਵੀਰ ਕੌਰ ਜੀ ਤੋਂ। ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛੂੰਗਾ ਕਿ ਬਹੁਤ ਜ਼ਿਆਦਾ ਰਿਫਿਊਜ਼ਲ ਆ ਰਹੀ ਹੈ ਸਾਡੇ ਵਿਦਿਆਰਥੀਆਂ ਦੀ। ਸੈਪਟੈਂਬਰ ਇਨਟੇਕ ਦੀ ਵੀ ਰਿਫਿਊਜ਼ਲ ਆ ਰਹੀ ਹੈ ਔਰ ਜਦੋਂ ਰਿਫਿਊਜ਼ਲ ਆ ਰਹੀ ਹੈ ਇੰਨੀ ਜ਼ਿਆਦਾ ਤੇ ਸਟੂਡੈਂਟ ਬਹੁਤ ਕਨਫਿਊਜ਼ ਹੋ ਗਏ ਸਾਡੇ ਕਈ। ਉਹਨਾਂ ਨੂੰ ਇਹ ਨਹੀਂ ਸਮਝ ਆ ਰਿਹਾ ਵੀ ਗਲਤੀ ਕੀ ਸਾਡੇ ਕੰਸਲਟੈਂਟ ਦੀ ਰਹਿ ਗਈ, ਕਿਉਂਕਿ ਸਟੂਡੈਂਟ ਦੇ ਮਨ 'ਚ ਅਜਿੰਦਰਵੀਰ ਕੌਰ ਜੀ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਜਾਂਦੇ ਜਦੋਂ ਰਿਫਿਊਜ਼ਲ ਆਉਂਦੀ ਹੈ ਵੀ ਕੀ ਮੇਰਾ ਕੰਸਲਟੈਂਟ ਗਲਤ ਸੀ, ਉਹ ਚੰਗਾ ਨਹੀਂ ਸੀ, ਕੀ ਉਹਨੇ ਫਾਈਲ ਤੇ ਕੰਮ ਨਹੀਂ ਕੀਤਾ, ਕੀ ਮੇਰੇ ਕੰਸਲਟੈਂਟ ਨੇ ਕੋਈ ਮੇਰੀ ਇਨਫੋਰਮੇਸ਼ਨ ਹਾਈਡ ਕੀਤੀ, ਕੀ ਕੋਈ ਮਿਸਲੀਡਿੰਗ ਇਨਫੋਰਮੇਸ਼ਨ ਤਾਂ ਨਹੀਂ ਗਈ, ਕੋਈ ਡਾਕੂਮੈਂਟ ਗਲਤ ਤਾਂ ਨਹੀਂ ਗਿਆ। ਫਿਰ ਉਹਨੂੰ ਹੁੰਦਾ ਵੀ ਮੇਰਾ ਕੋਰਸ ਠੀਕ ਸੀ, ਰੈਲੇਵੈਂਟ ਸੀ, ਮੈਂ ਐਸਓਪੀ ਮੈਨੂੰ ਚੰਗੀ ਸੁਜੈਸਟ ਕੀਤੀ ਸੀ, ਮੈਂ ਕੀ ਐਸਓਪੀ ਚੰਗੀ ਲਿਖ ਸਕਿਆ। ਫਿਰ ਹੁੰਦਾ ਕਿ ਜਿਹੜਾ ਮੈਂ ਕਾਲਜ ਚੂਜ਼ ਕੀਤਾ ਸੀ ਕੀ ਕਾਲਜ ਨੂੰ ਲੈ ਕੇ ਕੋਈ ਸਵਾਲ ਤਾਂ ਨਹੀਂ ਸੀ, ਕਿਉਂਕਿ ਕੈਨੇਡਾ ਦੇ ਬਾਰੇ ਕਿਊਬਿਕ ਬਾਰੇ ਪਿੱਛੇ ਜੇ ਅਸੀਂ ਦੇਖਿਆ ਬਹੁਤ ਸਾਰੇ ਕਾਲਜ ਸੀ ਕਹਿੰਦੇ ਉਹ ਬੜੇ ਬਦਨਾਮ ਹੀ ਹੋ ਗਏ ਸੀਗੇ ਤੇ ਜਿਸ ਤਰ੍ਹਾਂ ਦੇ ਉਹਨਾਂ ਨੇ ਕੰਮ ਕੀਤੇ ਕਈ ਉਹਨਾਂ ਤੇ ਇਨਕੁਆਇਰੀਜ਼ ਵੀ ਹੋਈਆਂ। ਇੰਡੀਆ 'ਚ ਬੈਠੇ ਸਟੂਡੈਂਟਸ ਦੇ ਮਨ ਤੇ ਬਹੁਤ ਸਾਰੇ ਸਵਾਲ ਜਿਹੜੇ ਨੇ ਉਹਨਾਂ ਦੀ ਫੈਮਿਲੀ ਤੇ ਵੀ, ਸਟੂਡੈਂਟ ਦੇ ਫਾਦਰ ਮਦਰ ਰਿਫਿਊਜ਼ਲ ਆਉਣ ਤੋਂ ਬਾਅਦ ਉਸ ਪਰਿਵਾਰ ਦੇ ਵਿੱਚ ਇਹ ਡਿਸਕਸ਼ਨ ਸ਼ੁਰੂ ਹੋ ਜਾਂਦੀ ਹੈ ਕਿ ਬੇਟਾ ਆਹ ਪ੍ਰੋਬਲਮ ਰਹੀ, ਆਹ ਹੋ ਸਕਦੀ ਹੈ, ਆਹ ਕਾਰਨ ਹੋ ਸਕਦਾ ਹੈ ਤੇ ਸਟੂਡੈਂਟ ਇਹਦੇ ਤੋਂ ਫਿਰ ਬਾਹਰ ਨਿਕਲਣਾ ਚਾਹੁੰਦਾ। ਜੋ ਮੈਂ ਮਹਿਸੂਸ ਕਰਦਾ ਰਿਫਿਊਜ਼ਲ ਤੋਂ ਬਾਅਦ ਸਟੂਡੈਂਟ ਇਹ ਸੋਚਦਾ ਹੈ ਕਿ ਹੁਣ ਮੈਂ ਕੀ ਕਰਾਂ। ਤੇ ਮੈਂ ਉਹੀ ਅੱਜ ਤੁਹਾਡੇ ਤੋਂ ਪੁੱਛੂੰਗਾ ਕਿ ਸਟੂਡੈਂਟ ਫਿਰ ਕੀ ਕਰੇ, ਕਿਉਂਕਿ ਤੁਸੀਂ CICC ਮੈਂਬਰ ਹੋ। ਇਹਦਾ ਮਤਲਬ ਬੜਾ ਸਾਫ਼ ਹੈ, ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਨੇ ਔਰ RCIC ਦਾ ਮਤਲਬ ਹੀ ਇਹ ਹੈ, RCIC ਦਾ ਮਤਲਬ ਹੀ ਇਹ ਹੈ ਕਿ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਨੇ ਔਰ CICC ਮੈਂਬਰ। ਜਿਵੇਂ ਪਹਿਲਾਂ ਅਸੀਂ ਫਿਰ ਮੈਂ ਭੁੱਲ ਗਿਆ ਉਹਨਾਂ ਨੂੰ ਕੀ ਕਹਿੰਦੇ ਸੀ, IRCCI ਮੈਂਬਰ, ਇਸ ਤਰ੍ਹਾਂ ਦੀ ਕੋਈ ਟਰਮ ਸੀ, ਸੌਰੀ ਅਗਰ ਮੈਂ ਪ੍ਰੋਪਰ ਪ੍ਰੋਨਾਂਸ ਨਹੀਂ ਕੀਤੀ ਜੀ। ਸੋ ਹੁਣ CICC ਮੈਂਬਰ ਨੇ ਜਿਹੜੇ, ਇਹ ਅਸੀਂ ਕਹਿ ਸਕਦੇ ਹਾਂ ਕਿ ਕੈਨੇਡੀਅਨ ਇਮੀਗ੍ਰੇਸ਼ਨ ਦੇ ਰਿਪਰੈਜ਼ੈਂਟੇਟਿਵਸ ਨੇ, ਪਬਲਿਕ ਰਿਪਰੈਜ਼ੈਂਟੇਟਿਵਸ ਨੇ ਜਿਹੜੇ ਆਥੋਰਾਈਜ਼ਡ ਨੇ ਤੁਹਾਡੀ ਫਾਈਲ ਲੌਂਚ ਕਰਨ ਲਈ, ਤੁਹਾਨੂੰ ਗਾਈਡ ਕਰਨ ਲਈ, ਤੁਹਾਨੂੰ ਐਡਵਾਈਸ ਕਰਨ ਦੇ ਲਈ। ਹੁਣ ਅਜਿੰਦਰਵੀਰ ਕੌਰ ਜੀ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ, ਅਗਰ ਸਟੂਡੈਂਟ ਦਾ ਵੀਜ਼ਾ ਰਿਫਿਊਜ਼ ਹੋ ਗਿਆ, ਰਿਫਿਊਜ਼ਲ ਆ ਗਿਆ, ਤੇ ਆ 5-7 ਸਵਾਲ ਸਟੂਡੈਂਟ ਦੇ ਜ਼ਿਹਨ 'ਚ ਆ, ਇੱਕ ਇੱਕ ਕਰਕੇ ਇਹਨਾਂ ਦਾ ਸੋਲੂਸ਼ਨ ਦਿਓ ਜੀ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਥੈਂਕ ਯੂ ਸਰ, ਮੈਨੂੰ ਇੱਥੇ ਇਸ ਪਲੇਟਫਾਰਮ ਤੋਂ ਬੋਲਣ ਦਾ ਮੌਕਾ ਦਿੱਤਾ। ਸਟੂਡੈਂਟਸ ਦੇ ਰੂਬਰੂ ਹੋ ਕੇ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਸੋ ਬਿਲਕੁਲ ਸਰ, ਬਹੁਤ ਸਾਰੇ ਰਿਫਿਊਜ਼ਲਸ ਦੇ ਕਾਰਨ ਬਣੇ ਹੋਏ ਨੇ, ਸਟੂਡੈਂਟਸ ਬਹੁਤ ਡਿਸਅਪਾਇੰਟ ਹੋ ਰਹੇ ਨੇ ਇਸ ਟਾਈਮ ਤੇ। ਸੋ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਦੱਸਣੀ ਬਹੁਤ ਜ਼ਰੂਰੀ ਹੈ ਕਿ ਰਿਫਿਊਜ਼ਲਸ ਇੰਨੀਆਂ ਆ ਕਿਉਂ ਰਹੀਆਂ ਨੇ। ਸੋ ਅਸੀਂ ਇਸ ਟਾਈਮ ਤੇ ਕਾਫੀ ਵੀਡੀਓਜ਼ ਵੀ ਦੇਖ ਰਹੇ ਹਾਂ, ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜੀ। ਸਤੰਬਰ ਇਨਟੇਕ ਦੇ ਰਿਜ਼ਲਟਸ ਜਿਹੜੇ ਆ ਰਹੇ ਨੇ, ਰਿਫਿਊਜ਼ਲਸ ਬਹੁਤ ਦੇਖਣ ਨੂੰ ਮਿਲ ਰਹੀਆਂ ਨੇ। ਸੋ ਦੇਖੋ, ਕੁਝ ਇਸ ਤਰ੍ਹਾਂ ਦਾ ਨਹੀਂ ਹੋਇਆ ਕਿ ਕੋਈ ਨਵੇਂ ਫੈਕਟਰਸ ਇੰਟਰੋਡਿਊਸ ਕੀਤੇ ਗਏ ਨੇ ਆਫਿਸਰਸ ਵੱਲੋਂ, ਨਵੇਂ ਚੀਜ਼ਾਂ ਪੁਆਇੰਟ ਆਊਟ ਕੀਤੀਆਂ ਗਈਆਂ ਨੇ ਜਿਨ੍ਹਾਂ ਕਰਕੇ ਜਿਹੜੀਆਂ ਰਿਫਿਊਜ਼ਲਸ ਦੇਖਣ ਨੂੰ ਮਿਲ ਰਹੀਆਂ ਨੇ। ਸਟਿਲ ਕਾਰਨ ਉਹੀ ਨੇ, ਬਟ ਜਿਹੜੀਆਂ ਐਪਲੀਕੇਸ਼ਨਸ ਲੱਗੀਆਂ ਸੀਗੀਆਂ, ਜ਼ਿਆਦਾਤਰ ਜਿਹੜੀਆਂ ਐਪਲੀਕੇਸ਼ਨਸ ਲੱਗੀਆਂ ਸੀਗੀਆਂ ਉਹਨਾਂ ਦੇ ਵਿੱਚ ਜਿਹੜੇ ਆਇਲਸ ਸਕੋਰ ਸੀਗੇ ਬਹੁਤ ਲੋ ਸੀਗੇ। PTE ਦੇ ਅਗਰ ਬੱਚਿਆਂ ਨੇ ਕਲੀਅਰ ਕੀਤੀ ਸੀ ਉਹਦੇ ਸਕੋਰ ਬਹੁਤ ਲੋ ਲਗਾਏ ਗਏ ਸੀਗੇ। ਫਾਈਨੈਂਸ਼ੀਅਲੀ ਬੱਚੇ ਆਪਣੇ ਆਪ ਨੂੰ ਪ੍ਰੂਵ ਨਹੀਂ ਕਰ ਪਾਏ, ਸਫੀਸ਼ੀਐਂਟ ਨਹੀਂ ਸ਼ੋ ਕਰ ਪਾਏ। ਉਸ ਤੋਂ ਇਲਾਵਾ ਇਰਰੈਲੀਵੈਂਟ ਕੋਰਸ ਸਿਲੈਕਸ਼ਨ ਹੋਈ ਉਹਨਾਂ ਦੀ। ਸਟੇਟਮੈਂਟ ਆਫ ਪਰਪਸ ਦੇ ਵਿੱਚ ਅਗਰ ਕਿਸੇ ਤਰੀਕੇ ਦਾ ਕੋਈ ਗੈਪ ਸੀਗਾ ਜਾਂ ਪ੍ਰੀਵੀਅਸ ਰਿਫਿਊਜ਼ਲ ਸੀਗੀ, ਪ੍ਰੋਪਰ ਜਸਟੀਫਿਕੇਸ਼ਨ ਪ੍ਰੋਵਾਈਡ ਨਹੀਂ ਕੀਤੀ ਗਈ। ਬਹੁਤ ਸਾਰੇ ਕਾਰਨਾਂ ਕਰਕੇ ਜਿਹੜੀ ਰਿਫਿਊਜ਼ਲ ਦਾ ਸਾਹਮਣਾ ਜ਼ਿਆਦਾ ਕਰਨਾ ਪਿਆ। ਤੇ ਕੁਝ ਜਿਹੜੀਆਂ ਚੀਜ਼ਾਂ ਜਿਹੜੀਆਂ ਅਲੱਗ ਹੋਈਆਂ ਉਹ ਹੋਈ ਕਿ ਜਿਸ ਤਰ੍ਹਾਂ ਜਿਹੜੀ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਜਿਹੜੇ ਡਾਕੂਮੈਂਟਸ ਪ੍ਰੋਪਰ ਵੇ ਨਾਲ ਸਕੈਨ ਨਾ ਹੋਣ ਕਰਕੇ ਵੀ ਰਿਫਿਊਜ਼ਲਸ ਦੇਖਣ ਨੂੰ ਮਿਲੀਆਂ। ਬਟ ਉਹ ਇੰਨਾ ਜ਼ਿਆਦਾ ਮੇਜਰ ਫੈਕਟਰ ਨਹੀਂ ਸੀਗਾ ਜਿੰਨਾ ਦੂਸਰੀਆਂ ਚੀਜ਼ਾਂ ਜਿਹੜੀਆਂ ਕਿ ਏਜੰਟਸ ਦੀ ਅਣਗਹਿਲੀ ਕਰਕੇ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਉਹਨਾਂ ਕਰਕੇ ਰਿਫਿਊਜ਼ਲ ਦੇਖਣ ਨੂੰ ਮਿਲੀ। ਸੋ ਇਸ ਤੋਂ ਇਲਾਵਾ ਮਿਸ ਰਿਪਰੈਜ਼ੈਂਟੇਸ਼ਨ, ਜਿੱਦਾਂ ਕਿ ਅਸੀਂ ਹੁਣੇ ਗੱਲ ਕੀਤੀ ਕਿ ਫੇਕ ਡਾਕੂਮੈਂਟੇਸ਼ਨ ਹੋਈ, ਸਟੂਡੈਂਟਸ ਦੇ ਜਿਹੜੇ ਡਾਕੂਮੈਂਟਸ ਸੀ ਕਈ ਵਾਰੀ ਐਡਿਟ ਕੀਤੇ ਗਏ ਤੇ ਸਟੂਡੈਂਟਸ ਨੂੰ ਖੁਦ ਨਹੀਂ ਸੀ ਪਤਾ ਕਿ ਉਹਨਾਂ ਦੇ ਉੱਪਰ ਕਿਸੇ ਤਰੀਕੇ ਦੀ ਮਿਸ ਰਿਪਰੈਜ਼ੈਂਟੇਸ਼ਨ ਲੱਗੀ ਹੋਈ ਹੈ। ਸੋ ਉਹ ਚੀਜ਼ ਕਿਦੋਂ ਆਉਂਦੀ ਹੈ ਸਾਹਮਣੇ, ਜਦੋਂ ਸਟੂਡੈਂਟਸ ਇੱਕ ਵਾਰੀ ਰਿਫਿਊਜ਼ਲ ਲੈ ਲੈਂਦੇ ਨੇ ਤੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਏਜੰਟਸ ਨੇ ਉਹਨਾਂ ਵੱਲੋਂ ਇੱਕ ਰੀਜ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ ਕਿ ਇੱਕ ਜਿਹੜੀ ਕਾਮਨ ਰੀਜ਼ਨ ਆ, ਹਰ ਇੱਕ ਸਟੂਡੈਂਟ ਜਿਹੜਾ ਜਾਣਦਾ ਹੈ, ਜਿਨ੍ਹਾਂ ਦੇ ਰਿਫਿਊਜ਼ਲ ਦੇ ਉੱਪਰ ਲਿਖੀ ਹੁੰਦੀ ਹੈ ਕਿ ਤੁਸੀਂ ਆਪਣੀ ਕੰਟਰੀ ਨੂੰ ਵਾਪਸ ਨਹੀਂ ਜਾਓਗੇ, ਤੁਸੀਂ ਕੈਨੇਡਾ ਪਰਮਾਨੈਂਟ ਰਹਿਣ ਦੀ ਕੋਸ਼ਿਸ਼ ਕਰੋਗੇ। ਸੋ ਤੁਹਾਡੀਆਂ ਜਿਹੜੀਆਂ ਟਾਈਜ਼ ਨੇ, ਬੈਕ ਹੋਮ ਟਾਈਜ਼ ਨੇ, ਇੰਨੀਆਂ ਸਟਰੋਂਗ ਸ਼ੋ ਨਹੀਂ ਹੋ ਰਹੀਆਂ।
ਸੋ ਉਹ ਰੀਜ਼ਨ ਪ੍ਰੋਵਾਈਡ ਕਰਕੇ ਉਹਨਾਂ ਨੂੰ ਰਿਫਿਊਜ਼ਲ ਦੇ ਦਿੱਤੀ ਜਾਂਦੀ ਹੈ। ਬਟ ਜਦੋਂ ਕੇਪਸ ਨੋਟਸ ਲਈ ਪੁੱਛਿਆ ਜਾਂਦਾ ਹੈ, ਜਿਹਨਾਂ ਉਹਦੇ ਵਿੱਚ ਜਿਹੜੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ, ਉਹਦੇ 'ਚ ਉੱਥੋਂ ਪਤਾ ਲੱਗਦਾ ਹੈ ਕਿ ਸਟੂਡੈਂਟਸ ਦੇ ਉੱਪਰ 5 ਇਅਰਸ ਦਾ ਬੈਨ ਲੱਗਾ। ਸੋ ਬੈਨ ਕਿਉਂ ਲੱਗਾ? ਬੈਨ ਲੱਗਣ ਦੇ ਕਾਰਨ ਦੇਖੋ, ਇੱਕ ਤਾਂ ਤੁਹਾਡੇ ਜਿਹੜੇ ਡਾਕੂਮੈਂਟਸ ਨਾਲ ਛੇੜਖਾਨੀ ਕੀਤੀ ਗਈ ਹੋ ਸਕਦੀ ਹੈ, ਤੁਹਾਨੂੰ ਸਹੀ ਇਨਫੋਰਮੇਸ਼ਨ ਪ੍ਰੋਵਾਈਡ ਨਹੀਂ ਕੀਤੀ ਗਈ। ਉਤੋਂ ਇੱਕ ਹੋਰ ਕਾਰਨ ਜਿਹੜਾ ਸਟੂਡੈਂਟਸ ਜਿਹੜੇ ਇਨਐਲੀਜੀਬਲ ਹੋਏ ਜਾਂ ਜਿਨ੍ਹਾਂ ਦੀ ਜਿਹੜੀਆਂ ਐਪਲੀਕੇਸ਼ਨਸ ਨੇ ਰਿਜੈਕਟ ਹੋਈਆਂ, ਉਹ ਸੀਗੇ ਜਿਨ੍ਹਾਂ ਨੇ ਅਨਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹਾਇਰ ਕੀਤੇ ਸੀ ਬਟ ਉਹਨਾਂ ਨੂੰ ਪੇ ਕੀਤਾ ਸੀ। ਸੋ ਦੇਖੋ, ਤੁਸੀਂ ਅਗਰ ਕੈਨੇਡੀਅਨ ਜਿਹੜੀ CICC ਦੀ ਵੈਬਸਾਈਟ ਤੇ ਵੀ ਜਾਂਦੇ ਹੋ ਨਾ, ਉੱਥੇ ਵੀ ਉਹਨਾਂ ਨੇ ਕਲੀਅਰ ਕੱਟ ਹਾਈਲਾਈਟ ਇਹ ਨੋਟ ਕੀਤਾ ਹੈ ਕਿ ਅਗਰ ਤੁਸੀਂ ਕਿਸੇ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਨੂੰ ਹਾਇਰ ਕਰ ਰਹੇ ਹੋ ਤਾਂ ਤੁਸੀਂ ਉਹ ਪੇਡ ਹੁੰਦਾ ਹੈ, ਤੁਸੀਂ ਉਸਨੂੰ ਪੇ ਕਰ ਰਹੇ ਹੋ। ਉਹ ਤੁਹਾਡਾ ਜਿਹੜਾ ਮੈਂਬਰ ਹੈ ਤੁਹਾਨੂੰ ਰਿਪਰੈਜ਼ੈਂਟ ਕਰਨ ਜਾ ਰਿਹਾ ਆ, ਉਹ ਕੈਨੇਡਾ ਦੀ ਅਥਾਰਟੀ ਦੇ ਅੰਦਰ ਹੋਣਾ ਚਾਹੀਦਾ। ਉਹਨਾਂ ਦੇ ਕੋਲ ਇੱਕ ਪਰਟੀਕੂਲਰ ਲਿਸਟ ਹੈ ਜਿਹਦੇ ਵਿੱਚ ਉਹਨਾਂ ਮੈਂਬਰਸ ਦੇ ਨਾਮ ਦਿੱਤੇ ਗਏ ਨੇ। ਸੋ ਇਸ ਚੀਜ਼ ਨੂੰ, ਕਿਉਂਕਿ ਸਟੂਡੈਂਟਸ ਕਨਫਿਊਜ਼ ਨਾ ਹੋਣ ਇਸ ਚੀਜ਼ ਨੂੰ ਲੈ ਕੇ, ਬਹੁਤ ਛੋਟੀ ਜਿਹੀ ਚੀਜ਼ ਆ। ਅਸੀਂ ਆਮ ਅੱਜ ਕੱਲ੍ਹ YouTube ਤੇ ਵੀ ਤੁਸੀਂ ਵੀਡੀਓ ਦੇਖੋਗੇ ਕਿ ਉਹਨਾਂ ਨੇ ਇੱਕ ਨਵੀਂ ਐਪ ਲਾਂਚ ਕੀਤੀ ਹੈ, CICC ਦੀ ਨਾਂ ਦੀ ਐਪ। CICC ਦੀ ਐਪ ਤੁਸੀਂ ਆਪਣੇ ਫੋਨ ਤੇ ਡਾਊਨਲੋਡ ਕਰੋ। ਉਹਦੇ ਵਿੱਚ ਜਿਸ ਵੀ ਰਿਪਰੈਜ਼ੈਂਟੇਟਿਵ ਦੇ ਕੋਲ ਤੁਸੀਂ ਜਾਣ ਦੀ ਕੋਸ਼ਿਸ਼ ਕਰ ਰਹੇ ਹੋ, ਕਿਉਂਕਿ ਰਿਫਿਊਜ਼ਲ ਤੁਹਾਡੇ ਕੋਲ ਆਲਰੇਡੀ ਹੈ, ਤੁਸੀਂ ਰੀਲੌਂਚ ਫਾਈਲ ਕਰਨ ਲੱਗਿਆ ਕਿਸੇ ਵੀ ਤਰੀਕੇ ਦੀ ਜਲਦਬਾਜ਼ੀ ਨਹੀਂ ਕਰਨੀ। ਸਭ ਤੋਂ ਪਹਿਲਾਂ ਜਿਹੜਾ ਕੰਮ ਕਰਨਾ ਹੈ, ਉਸ ਇਨਸਾਨ ਨੂੰ ਲੱਭੋ ਜਿਹੜੇ ਤੁਹਾਡੀ ਪ੍ਰੋਪਰ ਵੇ ਨਾਲ ਡਾਕੂਮੈਂਟੇਸ਼ਨ ਕਰੇ, ਤਾਂ ਕਿ ਨੈਕਸਟ ਟਾਈਮ ਤੁਹਾਡਾ ਕੋਰਸ ਰੈਲੀਵੈਂਟ ਹੋਏ, ਤੁਹਾਡਾ ਜਿਹੜਾ ਕਾਲਜ ਸਿਲੈਕਸ਼ਨ ਹੈ ਉਹ ਸਹੀ ਹੋਏ, ਤੁਹਾਡਾ ਪ੍ਰੋਗਰਾਮ ਸਹੀ ਹੋਏ, ਸਟੇਟਮੈਂਟ ਆਫ ਪਰਪਸ ਦੇ ਉੱਪਰ ਚੰਗੀ ਤਰ੍ਹਾਂ ਵਰਕ ਕੀਤਾ ਜਾਏ। ਉਹਦੇ ਵਾਸਤੇ ਤੁਸੀਂ ਉਸ ਐਪ ਦੇ ਵਿੱਚ ਜਾ ਕੇ ਆਪਣੇ ਰਿਪਰੈਜ਼ੈਂਟੇਟਿਵ ਦਾ ਨਾਮ ਫਾਈਂਡ ਆਊਟ ਕਰੋ। ਜਿਸ ਤਰ੍ਹਾਂ ਫੋਰ ਐਗਜ਼ਾਮਪਲ ਤੁਸੀਂ ਮੇਰਾ ਨਾਮ ਅਜਿੰਦਰਬੀਰ ਕੌਰ ਗਿੱਲ ਪਾ ਸਕਦੇ ਹੋ, ਉੱਥੇ ਪੌਪਅਪ ਹੋਏਗਾ। ਮੇਰਾ ਲਾਇਸੈਂਸ ਨੰਬਰ ਪਾ ਸਕਦੇ ਹੋ, ਅਗਰ ਕਿਸੇ ਹੋਰ ਦਾ ਲਾਇਸੈਂਸ ਨੰਬਰ ਜਾਣਦੇ ਹੋ ਉਹ ਪਾਓ, ਤੁਸੀਂ ਲੋਕੇਸ਼ਨ ਪਾਓ। ਸੋ ਅਗਰ ਤਾਂ ਇਹ ਚੀਜ਼ਾਂ ਅਪੀਅਰ ਹੋ ਰਹੀਆਂ ਨੇ, ਦੈਟ ਮੀਨਸ ਕਿ ਉਹ ਇਨਸਾਨ ਲਾਇਸੈਂਸਡ ਆ, ਤੁਹਾਨੂੰ ਨਿਸ਼ਚਿੰਤ ਹੋ ਕੇ ਤੁਸੀਂ ਉਹਦੇ ਕੋਲੋਂ ਆਪਣੀ ਸਰਵਿਸ ਲੈ ਸਕਦੇ ਹੋ। ਇੱਕ ਵਾਰੀ ਫਿਰ ਦੱਸੋ ਇਹ ਪ੍ਰੋਸੈਸ, ਮੈਨੂੰ ਇੱਕ ਵਾਰੀ ਫਿਰ ਦੱਸਿਓ। ਜੀ ਬਿਲਕੁਲ ਸਰ, ਦੇਖੋ CICC ਐਪ ਹੈ ਜਿਹਦੇ ਵਿੱਚ ਤੁਸੀਂ ਜਾ ਕੇ ਆਪਣਾ ਰਿਪਰੈਜ਼ੈਂਟੇਟਿਵ ਨੂੰ ਫਾਈਂਡ ਆਊਟ ਕਰ ਸਕਦੇ ਹੋ। ਸੋ ਉਹਦੇ ਵਿੱਚ ਉਹਨਾਂ ਨੇ ਕੀ ਹੁੰਦਾ ਹੈ ਕਿ ਉਹਨਾਂ ਨੇ ਲਿਖਿਆ ਹਰ ਇੱਕ ਚੀਜ਼ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਫਰਾਡ ਪ੍ਰੀਵੈਂਸ਼ਨ ਤੁਸੀਂ ਕਿੱਦਾਂ ਕਰਨੀ ਹੈ, ਤੁਸੀਂ ਆਪਣਾ ਰਿਪਰੈਜ਼ੈਂਟੇਟਿਵ ਨੂੰ ਕਿੱਦਾਂ ਫਾਈਂਡ ਆਊਟ ਕਰਨਾ ਹੈ। ਉੱਥੇ ਸਪੈਸ਼ਲ ਕਾਲਮ ਬਣੇ ਹੋਏ ਨੇ, ਹਾਊ ਟੂ ਫਾਈਂਡ ਯੂਰ ਰਿਪਰੈਜ਼ੈਂਟੇਟਿਵ। ਸੋ ਤੁਸੀਂ ਉਸ ਕਾਲਮ 'ਚ ਜਾਓ, ਉੱਥੇ ਜਾ ਕੇ ਕਲਿੱਕ ਕਰੋ ਉਸ ਲਿੰਕ ਦੇ ਉੱਪਰ। ਉਹਦੇ ਉੱਪਰ ਆ ਜਾਏਗਾ ਕਿ ਤੁਸੀਂ ਨੇਮ ਜਾਣਦੇ ਹੋ, ਅਗਰ ਤੁਸੀਂ ਨੇਮ ਜਾਣਦੇ ਹੋ ਤੁਸੀਂ ਉੱਥੇ ਆਪਣਾ ਨੇਮ ਪਾਓ। ਅਗਰ ਤੁਸੀਂ ਉਹਨਾਂ ਦਾ ਸਪੋਜ਼ ਕਰੋ ਨੇਮ ਨਹੀਂ ਜਾਣਦੇ, ਲਾਇਸੈਂਸ ਨੰਬਰ ਜਾਣਦੇ ਹੋ, ਤੁਸੀਂ ਲਾਇਸੈਂਸ ਨੰਬਰ ਪਾਓ। ਸਰਨੇਮ ਪਾ ਸਕਦੇ ਹੋ, ਤੁਸੀਂ ਉਹਨਾਂ ਦੀ ਲੋਕੇਸ਼ਨ ਪਾ ਸਕਦੇ ਹੋ। ਸੋ ਕੋਈ ਵੀ ਚੀਜ਼ ਤੁਸੀਂ ਉਹਦੇ ਵਿੱਚ ਪਾਓ, ਤੁਹਾਡੀ ਜਿਹੜੀ ਇਨਫੋਰਮੇਸ਼ਨ ਉਹ ਪੌਪਅਪ ਹੋਏਗੀ। ਜੇਕਰ ਉਹ ਚੀਜ਼ ਨਹੀਂ ਆ ਰਹੀ, ਦੈਟ ਮੀਨਸ ਕਿ ਤੁਹਾਡਾ ਜਿਹੜਾ ਏਜੰਟ ਹੈ ਜਾਂ ਤੁਹਾਡਾ ਜਿਹੜਾ ਕੰਸਲਟੈਂਟ ਹੈ ਉਹ ਤੁਹਾਨੂੰ ਰਿਪਰੈਜ਼ੈਂਟ ਕਰਨ ਦਾ ਹੱਕ ਨਹੀਂ ਰੱਖਦਾ। ਸੋ ਇਹ ਜਿਹੜੇ ਨਾਮ ਨੇ ਨਾ ਜਿਨ੍ਹਾਂ ਦੀ ਮੈਂ ਗੱਲ ਕਰ ਰਹੀ ਹਾਂ, ਇਹ ਕੈਨੇਡੀਅਨ ਗਵਰਨਮੈਂਟ ਦੀ ਲਿਸਟ ਵਿੱਚ ਨੇ ਜਿਹੜੇ ਤੁਹਾਨੂੰ ਰਿਪਰੈਜ਼ੈਂਟ ਕਰ ਸਕਦੇ ਨੇ। ਸੋ ਅਗਰ ਮੈਂ ਤੁਹਾਡਾ ਨਾਮ ਪਾਵਾਂ ਤੇ ਫਿਰ ਉਹ ਪੌਪਅਪ ਆਉਂਦਾ ਉਹਦੇ ਵਿੱਚ? ਬਿਲਕੁਲ ਮੇਰਾ ਨਾਮ ਤੁਸੀਂ ਪਾਓਗੇ, ਬਿਲਕੁਲ ਆਏਗਾ, ਕਿਉਂਕਿ ਮੈਂ ਇਸ ਟਾਈਮ ਤੇ ਐਕਟਿਵ ਮੈਂਬਰ ਹਾਂ, ਲਾਇਸੈਂਸ ਮੇਰਾ ਐਕਟਿਵ ਹੈ, ਮੈਂ ਉਹਨਾਂ ਲਈ ਕੰਮ ਕਰਦੀ ਹਾਂ। ਸੋ ਉਹਨਾਂ ਦੀ ਜਿਹੜੀ ਅਥਾਰਟੀ ਆ, ਉਹਨਾਂ ਦਾ ਡਿਪਾਰਟਮੈਂਟ ਆ, ਉਹਦਾ ਮੈਂਬਰ ਆ। ਸੋ ਮੈਂਬਰ ਆਫ CICC ਦਾ ਮਤਲਬ ਹੀ ਇਹ ਹੈ। ਸੋ ਤੁਸੀਂ ਇੱਕ ਕੈਨੇਡੀਅਨ ਕੰਸਲਟੈਂਟ ਹੋ, ਉੱਥੋਂ ਦੀ ਐਜੂਕੇਸ਼ਨ ਹੋ ਤੁਹਾਡੇ ਕੋਲ, ਉੱਥੋਂ ਦਾ ਤੁਸੀਂ ਹਰ ਇੱਕ ਐਗਜ਼ਾਮ ਕਲੀਅਰ ਕੀਤਾ, ਤਾਂ ਹੀ ਮੈਨੂੰ ਇਹ ਅਥਾਰਟੀ ਮਿਲੀ ਹੈ ਕਿ ਮੈਂ ਇੱਥੇ ਕਿਸੇ ਵੀ ਇਨਸਾਨ ਨੂੰ, ਜਿਹੜਾ ਵੀ ਕੋਈ, ਚਾਹੇ ਸਟੂਡੈਂਟ ਹੈ, ਚਾਹੇ ਉਹ ਵਿਜ਼ਟਰ ਵੀਜ਼ੇ ਤੇ ਆਉਣਾ ਚਾਹੁੰਦਾ ਆ, ਚਾਹੇ ਸਪਾਊਸ ਓਪਨ ਵਰਕ ਪਰਮਿਟ ਤੇ ਆਉਣਾ ਚਾਹੁੰਦਾ, ਚਾਹੇ ਤੁਸੀਂ ਫੈਮਿਲੀ ਸਪਾਂਸਰਸ਼ਿਪ, PR, ਐਨੀਥਿੰਗ, ਇਮੀਗ੍ਰੇਸ਼ਨ ਨਾਲ ਰਿਲੇਟਿਡ ਕੋਈ ਵੀ ਚੀਜ਼ ਹੈ, ਤੁਸੀਂ ਉਹਦੇ ਵਿੱਚ ਮੈਂ ਤੁਹਾਨੂੰ ਰਿਪਰੈਜ਼ੈਂਟ ਕਰ ਸਕਦੀ ਹਾਂ, ਤੁਹਾਨੂੰ ਸਰਵਿਸਿਜ਼ ਦੇ ਸਕਦੀ ਹਾਂ ਹਰ ਇੱਕ ਤਰੀਕੇ ਦੀ। ਜੀ ਬਿਲਕੁਲ। ਕਿਸੇ ਟਾਈਮ ਤੁਹਾਨੂੰ ਇਸ ਗੱਲ ਲਈ ਇੰਟਰਵਿਊ ਕਰਾਂਗੇ ਕਿ ਤੁਸੀਂ CICC ਮੈਂਬਰ ਕਿਵੇਂ ਬਣੇ, ਕਿੰਨਾ ਤੁਹਾਨੂੰ ਪੜ੍ਹਨਾ ਪਿਆ, ਕਿੰਨਾ ਇਹਦੇ ਪਿੱਛੇ ਸਟਰਗਲ ਹੈ ਤੁਹਾਡੀ, ਸੋ ਉਹਦੇ ਤੇ ਵੀ ਕਰਾਂਗੇ। ਅੱਛਾ, ਮੈਨੂੰ ਇੱਕ ਗੱਲ ਦੱਸੋ, ਸਟੂਡੈਂਟ, ਕਿਉਂਕਿ ਮੈਨੂੰ ਪਤਾ ਲੱਗਿਆ ਤੁਹਾਡੇ ਕੋਲੋਂ ਵੀ ਫਾਈਲਸ ਬਹੁਤ ਲਗਾਉਂਦੇ ਨੇ, ਅੱਜ ਕੱਲ੍ਹ ਟ੍ਰੈਂਡ ਬਣ ਗਿਆ ਕਿ ਜਿਹੜੇ ਸਟੂਡੈਂਟ ਇੰਡੀਆ 'ਚ ਬੈਠੇ ਨੇ, ਮੁੰਬਈ ਨੇ, ਦਿੱਲੀ ਨੇ, ਬੈਂਗਲੌਰ ਨੇ, ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ CICC ਮੈਂਬਰ ਤੋਂ ਫਾਈਲ ਕੈਨੇਡਾ ਤੋਂ ਲਗਵਾਈਏ। ਜੀ, ਤੁਹਾਡੇ ਤੋਂ ਸਟੂਡੈਂਟ ਫਾਈਲ ਲਗਵਾਉਂਦੇ ਨੇ, ਇੰਡੀਆ ਤੋਂ ਫਾਈਲ ਲੱਗਣਾ, ਤੁਹਾਡੇ ਤੋਂ ਫਾਈਲ ਲੱਗਣਾ, ਦੋਨਾਂ ਦਾ ਫਰਕ ਕੀ? ਜੀ ਬਿਲਕੁਲ ਸਰ, ਬਹੁਤ ਸਾਰਾ ਫਰਕ ਹੈ ਇਸ ਚੀਜ਼ ਨੂੰ ਲੈ ਕੇ। ਦੇਖੋ, ਪਹਿਲੀ ਚੀਜ਼ ਹੈ ਕਿ ਸਟੂਡੈਂਟਸ ਨੂੰ ਜਿਹੜੀ ਪ੍ਰੋਪਰ ਜਿਹੜੀ ਨੌਲੇਜ ਹੈ ਨਾ ਉਹ ਪ੍ਰੋਵਾਈਡ ਕਰਨੀ। ਚਾਹੇ ਦੇਖੋ ਇਸ ਚੀਜ਼ ਇੰਨੀ ਮੈਟਰ ਨਹੀਂ ਕਰਦੀ ਕਿ ਤੁਸੀਂ ਆਪਣੀ ਐਪਲੀਕੇਸ਼ਨ ਕਿੱਥੋਂ ਲਗਵਾ ਰਹੇ ਹੋ, ਇਸ ਚੀਜ਼ ਬਿਲਕੁਲ ਮੈਟਰ ਕਰਦੀ ਕਿ ਕਿਸ ਕੋਲੋਂ ਲਗਵਾ ਰਹੇ ਹੋ। ਸੋ
जी, बिल्कुल, क्योंकि देखो ऑनलाइन ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੀਆਂ ਸਰਵਿਸਿਜ਼ ਨੇ ਆਨਲਾਈਨ ਅਵੇਲੇਬਲ ਨੇ, ਤੁਸੀਂ ਉਸ ਚੀਜ਼ ਨੂੰ ਯੂਜ਼ ਕਰ ਸਕਦੇ ਹੋ, ਬਟ ਤੁਹਾਨੂੰ ਰਿਪਰੈਜ਼ੈਂਟ ਕੌਣ ਕਰ ਰਿਹਾ ਹੈ? ਹੁਣ ਫॉर ਐਗਜ਼ਾਮਪਲ ਅਗਰ ਮੈਂ ਤੁਹਾਨੂੰ ਰਿਪਰੈਜ਼ੈਂਟ ਕਰ ਰਹੀ ਹਾਂ, ਸੋ ਮੇਰੀ ਪਾਰਟਿਕੂਲਰ ਸਬਮਿਸ਼ਨ ਲੈਟਰ ਲੱਗੇਗੀ ਤੁਹਾਡੇ ਨਾਲ, ਮੇਰੇ ਥਰੂ ਲਿਖਿਆ ਜਾਏਗਾ ਕਿ ਮੈਂ ਇਸ ਤਰ੍ਹਾਂ ਆਥੋਰਾਈਜ਼ਡ ਹਾਂ, ਇਹ ਮੇਰਾ ਲਾਇਸੈਂਸ ਨੰਬਰ ਹੈ, ਇਹ ਮੇਰਾ ਨਾਮ ਹੈ, ਸੋ ਮੈਂ ਇਸ ਸਟੂਡੈਂਟ ਨੂੰ ਰਿਪਰੈਜ਼ੈਂਟ ਕਰਨ ਜਾ ਰਹੀ ਹਾਂ, ਕਿਸ ਕਰਕੇ ਇਸ ਨੂੰ ਵੀਜ਼ਾ ਗ੍ਰਾਂਟ ਕੀਤਾ ਜਾਏ। ਸੋ ਕਿਉਂਕਿ ਸਾਨੂੰ ਇਹ ਜਿਹੜਾ ਲਾਇਸੈਂਸ ਮਿਲਣ ਦਾ ਮਤਲਬ ਕਿ ਅਸੀਂ ਟਰਸਟਵਰਦੀ ਹਾਂ, ਸਾਨੂੰ ਸਾਡੇ ਕੋਲ ਉਹਨਾਂ ਨੂੰ ਹੱਕ ਦਿੱਤੇ ਗਏ ਨੇ, ਉਹ ਗਵਰਨਮੈਂਟ ਜਾਣਦੀ ਹੈ ਕਿ ਇਹਨਾਂ ਨੂੰ ਪ੍ਰੋਪਰ ਨੌਲੇਜ ਹੈ, ਹਰ ਇੱਕ ਪ੍ਰੋਗਰਾਮ ਦਾ ਇਹਨਾਂ ਨੂੰ ਪਤਾ ਹੈ, ਤੇ ਇਹ ਸਟੂਡੈਂਟਸ ਨੂੰ ਜਾਂ ਕਿਸੇ ਵੀ ਕਲਾਇੰਟ ਨੂੰ ਜਿਸ ਨੂੰ ਵੀ ਰਿਪਰੈਜ਼ੈਂਟ ਕਰ ਰਹੇ ਨੇ ਸਹੀ ਤਰੀਕੇ ਨਾਲ ਗਾਈਡ ਕਰਨਗੇ। PR to PR, ਦੈਟ ਮੀਨਸ ਕਿ ਅਜੇ ਉਹ ਟੈਂਪਰੇਰੀ ਰੈਜ਼ੀਡੈਂਟ ਨੇ, ਅੱਜ ਉਹ ਇੱਥੋਂ ਸਟੂਡੈਂਟ ਦੇ ਵਜੋਂ ਆਉਣਗੇ, ਵਿਜ਼ਟਰ ਵੀਜ਼ੇ ਤੇ ਆਉਣਗੇ, ਕੱਲ ਨੂੰ ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਤੱਕ ਕਿਸ ਤਰ੍ਹਾਂ ਲੈ ਕੇ ਜਾਣਾ ਹੈ, ਇਹ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਗਾਈਡ ਕਰਨਗੇ। ਸੋ ਡਿਫਰੈਂਸ ਦੇਖੋ ਤੁਸੀਂ, ਕਿਉਂਕਿ ਸਟੂਡੈਂਟਸ ਚਾਹੇ ਇਕੱਲੇ ਪੰਜਾਬ ਤੋਂ ਨਹੀਂ, ਸਾਡੇ ਕੋਲੋਂ ਸਾਊਥ ਸਾਈਡ ਤੋਂ, ਈਵਨ ਕਿ ਅਗਰ ਅਸੀਂ ਇੰਡੀਆ ਦੀ ਗੱਲ ਕਰੀਏ, ਨਾਟ ਈਵਨ ਫਰਮ ਇੰਡੀਆ, ਜੇ ਪਾਕਿਸਤਾਨ ਹੋ ਗਿਆ, ਹੋਰ ਕੰਟਰੀਜ਼ ਹੋ ਗਈਆਂ, ਉੱਥੋਂ ਵੀ ਆਉਂਦੇ ਨੇ, ਸਾਨੂੰ ਡਾਇਰੈਕਟਲੀ ਕੰਟੈਕਟ ਕਰਦੇ ਨੇ, ਕਿਉਂਕਿ ਉਹਨਾਂ ਨੂੰ CICC ਦਾ ਮਤਲਬ ਪਤਾ ਚੱਲ ਚੁੱਕਾ ਹੈ ਹੁਣ, ਕਿਉਂਕਿ ਹੁਣ ਇੱਕ ਏਜੰਟ, ਕਿਉਂਕਿ ਇਸ ਚੀਜ਼ ਨੂੰ, ਕਿਉਂਕਿ ਬਹੁਤ ਟਾਈਮ ਕੰਜ਼ਿਊਮਿੰਗ ਚੀਜ਼ ਹੈ, ਅਗਰ ਮੈਂ ਡਿਫਰੈਂਸ ਦੱਸਣ ਲੱਗ ਜਾਂ ਕਿ ਏਜੰਟ ਤੇ ਕੰਸਲਟੈਂਟ ਦੇ ਵਿੱਚ ਕੀ ਫਰਕ ਹੈ, ਸੋ ਨੈਕਸਟ ਟਾਈਮ ਅਸੀਂ ਇਸ ਚੀਜ਼ ਨੂੰ ਖੋਲ ਕੇ ਵਿਚਾਰ ਕਰਾਂਗੇ। ਸੋ ਇਸ ਚੀਜ਼ ਨੂੰ ਕਿਉਂਕਿ ਸਟੂਡੈਂਟਸ ਅਵੇਅਰ ਹੋ ਰਹੇ ਨੇ। ਸਾਡੇ ਰਿਫਿਊਜ਼ਲ ਵਾਲੇ ਸਟੂਡੈਂਟ ਨੇ, ਸਪੋਜ਼ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ, ਇੰਡੀਆ 'ਚ ਰਿਫਿਊਜ਼ਲ ਵਾਲੇ ਸਟੂਡੈਂਟ ਸੋਚਦੇ ਨੇ ਵੀ ਹੁਣ ਕਾਲਜ ਬਦਲ ਲਈਏ, ਏਜੰਟ ਬਦਲ ਲਈਏ, ਕੋਰਸ ਬਦਲ ਲਈਏ, ਆਰਟਸ ਇੰਪਰੂਵ ਕਰ ਲਈਏ, ਇਦਾਂ ਦੀਆਂ ਚੀਜ਼ਾਂ ਸੋਚਦੇ ਨੇ। ਉਹਦੇ 'ਚ ਤੁਸੀਂ ਕਿਵੇਂ ਹੈਲਪਫੁਲ ਹੁੰਦੇ? ਜੀ ਅਗਰ ਬਿਲਕੁਲ। ਤੁਹਾਡੇ ਕੋਲ ਰਿਫਿਊਜ਼ਲ ਤੋਂ ਬਾਅਦ ਫਾਈਲ ਲੱਗਦੀ ਹੈ, ਇੱਕ ਆਮ ਏਜੰਟ ਔਰ ਤੁਹਾਡੇ 'ਚ ਫਰਕ ਕੀ? ਜੀ ਬਿਲਕੁਲ ਸਰ, ਤੁਸੀਂ ਬਿਲਕੁਲ ਸਹੀ ਕਿਹਾ ਕਿ ਸਟੂਡੈਂਟਸ ਦਾ ਮਾਈਂਡ ਬਿਲਕੁਲ ਫਲਕਚੁਏਟ ਕਰੇਗਾ ਇਸ ਟਾਈਮ ਤੇ, ਕਿ ਉਹਨਾਂ ਨੇ ਸੋਚਣਾ ਹੈ ਕਿ ਇਸ ਚੀਜ਼ ਨੂੰ ਲੈ ਕੇ ਕਿ ਸ਼ਾਇਦ ਰਿਫਿਊਜ਼ਲ ਦਾ ਕਾਰਨ ਕਾਲਜ ਸੀਗਾ, ਇਰਰੈਲੀਵੈਂਟ ਕੋਰਸ ਸੀਗਾ, ਹੋ ਸਕਦਾ ਅਸੀਂ ਕੋਈ ਪ੍ਰੋਗਰਾਮ ਸਹੀ ਚੂਜ਼ ਨਹੀਂ ਕੀਤਾ, ਹੋ ਸਕਦਾ ਅਸੀਂ ਏਜੰਟ ਸਹੀ ਚੂਜ਼ ਨਹੀਂ ਕੀਤਾ। ਸੋ ਦੇਖੋ, ਅਗਰ ਜਦੋਂ ਸਟੂਡੈਂਟ ਸਾਡੇ ਕੋਲ ਆਉਂਦੇ ਨਾ, ਸਭ ਤੋਂ ਪਹਿਲਾਂ ਜਿਹੜੇ ਰਿਫਿਊਜ਼ ਨੇ, ਹੁਣ ਕਿਉਂਕਿ ਜਿਹੜਾ ਫਰੈਸ਼ ਕੇਸ ਆ, ਉਸ ਤੋਂ ਸਾਨੂੰ ਬਿਗਨਿੰਗ ਤੋਂ ਹੀ ਪਤਾ ਹੈ ਕਿ ਕਿਹੜੀਆਂ ਚੀਜ਼ਾਂ ਅਸੀਂ ਉਹਦੇ ਲਈ ਸਹੀ ਆਪਸ਼ਨਸ ਅਵੇਲੇਬਲ, ਕਿਸ ਤਰੀਕੇ ਨਾਲ ਉਹਨੂੰ ਚੂਜ਼ ਕਰਾਉਣਾ ਤੇ ਕਿੱਥੇ ਭੇਜਣਾ। ਸੋ ਜਿਹੜਾ ਰਿਫਿਊਜ਼ਡ ਕੇਸ ਆ, ਹੁਣ ਰਿਫਿਊਜ਼ਡ ਕੇਸ ਦੇ ਵਿੱਚ ਜ਼ਿਆਦਾ ਵਰਕਆਊਟ ਕਰਨਾ ਪੈਂਦਾ, ਤੁਹਾਨੂੰ ਹਾਰਡ ਵਰਕ ਕਰਨਾ ਪੈਂਦਾ। ਸਭ ਤੋਂ ਪਹਿਲਾਂ ਤਾਂ ਉਹਦੀ ਇਰਰੈਲੀਵੈਂਸੀ ਦਾ ਪਤਾ ਕਰਨਾ ਪੈਂਦਾ ਕਿ ਕਿਹੜੇ ਕਾਰਨਾਂ ਕਰਕੇ ਉਹਨੂੰ ਰਿਫਿਊਜ਼ਲ ਮਿਲੀ। ਸੋ ਦੇਖੋ, ਕਾਲਜ ਬਿਲਕੁਲ, ਕਾਲਜ ਤੁਸੀਂ ਚੇਂਜ ਕਰੋ, ਆਪਣਾ ਪ੍ਰੋਗਰਾਮ ਚੇਂਜ ਕਰ ਸਕਦੇ ਹੋ, ਬਟ ਤੁਸੀਂ ਇਸ ਤਰ੍ਹਾਂ ਨਹੀਂ ਕਿ ਅਗਰ ਦੇਖੋ ਸਾਡੇ ਕੋਲ ਕਮਰਸ, ਆਰਟਸ, ਮੈਡੀਕਲ, ਨਾਨ ਮੈਡੀਕਲ, ਹਰ ਇੱਕ ਤਰੀਕੇ ਦੇ ਸਟੂਡੈਂਟਸ ਆਉਂਦੇ ਨੇ। ਸੋ ਸਭ ਤੋਂ ਪਹਿਲਾਂ ਉਹਨਾਂ ਦੀ ਜਿਹੜੀ ਪ੍ਰੀਵੀਅਸ ਐਜੂਕੇਸ਼ਨ ਦੇਖੀ ਜਾਂਦੀ ਹੈ, ਇਹ ਜਿਹੜਾ ਉਹਨਾਂ ਦੇ ਸਟੱਡੀ ਗੈਪ ਹੈ ਜਾਂ ਨਹੀਂ, ਕਿਸ ਤਰੀਕੇ ਦਾ, ਜਾਂ ਕਿੰਨੀ ਪਰਸੈਂਟੇਜ ਲਈ ਸੀ, ਕਿਹੜੇ ਕੋਰ ਸਬਜੈਕਟਸ ਚੂਜ਼ ਕਰਨੇ ਨੇ ਜਿਨ੍ਹਾਂ ਨੂੰ ਅਸੀਂ ਪ੍ਰਪੋਜ਼ ਸਟੱਡੀ ਨਾਲ ਰਿਲੇਟ ਕਰਨਾ ਹੈ। ਸੋ ਉਹ ਚੀਜ਼ਾਂ ਨੂੰ ਥੋਰੋਲੀ ਸਟੱਡੀ ਕੀਤਾ ਜਾਂਦਾ ਹੈ। ਸੋ ਇਸ ਤੋਂ ਇਲਾਵਾ ਸਟੇਟਮੈਂਟ ਆਫ ਪਰਪਸ ਦੇ ਵਿੱਚ ਉਹਨਾਂ ਦੇ ਰਿਫਿਊਜ਼ਲ ਦੇ ਕਾਰਨ ਲਿਖੇ ਜਾਂਦੇ ਨੇ, ਕਿਹੜੇ ਕਾਰਨਾਂ ਕਰਕੇ ਉਹਨਾਂ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ ਤੇ ਉਹ ਕਿਸ ਤਰੀਕੇ ਨਾਲ ਓਵਰਕਮ ਕਰ ਚੁੱਕੇ ਨੇ। ਸੋ ਆਫਿਸਰ ਨੂੰ ਇਸ ਚੀਜ਼ ਨੂੰ ਜਸਟੀਫਾਈ ਕਰਨਾ ਬਹੁਤ ਜ਼ਰੂਰੀ ਹੈ ਕਿ ਮੈਂ ਜਿਹੜੇ ਕਾਰਨ ਸੀਗੇ ਮੇਰੇ ਪ੍ਰੀਵੀਅਸ ਰਿਫਿਊਜ਼ਲ ਦੇ, ਮੈਂ ਉਹਨਾਂ ਤੋਂ ਹੁਣ ਬਾਹਰ ਨਿਕਲ ਚੁੱਕਾ। ਮੈਂ ਹੁਣ ਕਿਸ ਤੁਸੀਂ ਉਹਨਾਂ ਨੂੰ ਕਦੀ ਵੀ ਹਾਈਡ ਨਹੀਂ ਕਰਨਾ। ਇਹ ਜਸਟ ਇੱਕ ਟਿਪ ਹੈ ਸਟੂਡੈਂਟਸ ਵਾਸਤੇ ਕਿ ਤੁਸੀਂ ਰਿਫਿਊਜ਼ਲ ਆਪਣੀ ਸਟੇਟਮੈਂਟ ਆਫ ਪਰਪਸ ਦੇ ਵਿੱਚ ਰਿਫਿਊਜ਼ਲਸ ਦੇ ਕਾਰਨਾਂ ਨੂੰ ਕਦੀ ਵੀ ਹਾਈਡ ਨਹੀਂ ਕਰਨਾ, ਕਿਉਂਕਿ ਅਗਰ ਤੁਸੀਂ ਸੋਚਦੇ ਹੋ ਕਿ ਉਹਨਾਂ ਕੋਲ ਪ੍ਰੀਵੀਅਸ ਇਨਫੋਰਮੇਸ਼ਨ ਨਹੀਂ ਹੁੰਦੀ, ਉਹ ਬਿਲਕੁਲ ਤੁਹਾਡੇ ਜਸਟ ਜਦੋਂ ਆਪਾਂ ਕੇਪਸ ਕਹਿੰਦੇ ਆ, ਉਹਦੇ ਵਿੱਚ ਤੁਹਾਡੇ ਰਿਮਾਰਕਸ ਨਿਕਲ ਜਾਂਦੇ ਨੇ, ਕਿਹੜੇ ਰਿਮਾਰਕਸ ਕਰਕੇ ਤੁਸੀਂ ਪ੍ਰੀਵੀਅਸ ਰਿਫਿਊਜ਼ਲ ਲਈ। ਸੋ ਉਸ ਨੂੰ ਰੈਕਟੀਫਾਈ ਕਰਨ ਤੋਂ ਬਾਅਦ ਵਿੱਚ ਹੀ ਤੁਹਾਨੂੰ ਅੱਗੇ ਨੈਕਸਟ ਟਾਈਮ ਜਿਹੜੀ ਤੁਹਾਡੀ ਸਟੱਡੀ ਵੀਜ਼ੇ ਵਾਸਤੇ ਐਪਲੀਕੇਸ਼ਨ ਲਗਾਈ ਜਾਂਦੀ ਹੈ। ਸੋ ਅਸੀਂ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਹੈਗਾ ਕਿ ਹਰੀ ਅਪ ਕਿ 2 ਮੰਥਸ ਰਹਿ ਗਏ, 3 ਮੰਥਸ ਰਹਿ ਗਏ, ਜਲਦੀ ਕਰੋ। ਜਦੋਂ ਤੱਕ ਅਸੀਂ ਦੇਖਦੇ ਹਾਂ ਕਿ ਐਪਲੀਕੇਸ਼ਨ ਦੇ ਉੱਪਰ ਸਾਰੀਆਂ ਚੀਜ਼ਾਂ ਨੂੰ ਫੋਲੋ ਨਹੀਂ ਕੀਤਾ ਗਿਆ, ਸਾਰੇ ਫੈਕਟਰਸ ਜਿਹੜੇ ਕਵਰ ਅਪ ਨਹੀਂ ਹੋਏ, ਉਦੋਂ ਤੱਕ ਅਸੀਂ ਐਪਲੀਕੇਸ਼ਨ ਲਗਾਉਣ ਦੇ ਹੱਕ ਵਿੱਚ ਨਹੀਂ ਹੁੰਦੇ। ਜਦੋਂ ਸਾਨੂੰ ਲੱਗਦਾ ਹੈ ਕਿ ਸਟੂਡੈਂਟ ਨੇ ਹਰ ਇੱਕ ਚੀਜ਼ ਜਿਹੜੀ ਉਹ ਪੂਰੀ ਕਰ ਲਈ ਹੈ, ਫਾਈਨੈਂਸ਼ੀਅਲੀ ਉਹ ਸਟਰੋਂਗ ਹੈ, ਬੈਕ ਹੋਮ ਟਾਈ ਸਟਰੋਂਗ ਦਿਖ ਰਹੀਆਂ ਨੇ ਉਸ ਦੀਆਂ, ਕੋਰਸ ਰੈਲੀਵੈਂਟ ਹੈ, ਉਸ ਤੋਂ ਬਾਅਦ ਵਿੱਚ ਕਿਸੇ ਅਗਰ ਕੋਈ ਸਟੱਡੀ ਗੈਪ ਹੈ, ਸੋ ਅਗਰ 1 ਤੋਂ 1.5 ਸਾਲ ਦਾ ਗੈਪ ਹੈ ਤੇ ਜਸਟ ਸਟੇਟਮੈਂਟ ਆਫ ਪਰਪਸ ਦੇ ਵਿੱਚ ਐਕਸਪਲੇਨੇਸ਼ਨ ਦਿੱਤੀ ਜਾ ਸਕਦੀ ਹੈ। ਅਗਰ ਜ਼ਿਆਦਾ ਹੈ, ਵਿਦ ਪ੍ਰੂਫ ਔਰ ਐਵੀਡੈਂਸ ਉਸ ਚੀਜ਼ ਨੂੰ ਜਸਟੀਫਾਈ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਣ ਤੋਂ ਬਾਅਦ ਵਿੱਚ ਹੀ ਉਹਨਾਂ ਦੀ ਐਪਲੀਕੇਸ਼ਨ ਜਿਹੜੀ ਆ ਉਹ ਲਗਾਈ ਜਾਂਦੀ ਹੈ। ਸੋ ਇਹੀ ਇੱਕ ਸਭ ਤੋਂ ਵੱਡੀ ਚੀਜ਼ ਹੁੰਦੀ ਹੈ। ਉਸ ਤੋਂ ਬਾਅਦ ਸਬਮਿਸ਼ਨ ਲੈਟਰ ਦੀ ਗੱਲ ਕਰੀਏ, ਸਾਡੇ ਵੱਲੋਂ ਰਿਪਰੈਜ਼ੈਂਟੇਟਿਵ ਫਾਰਮ ਲੱਗਦਾ ਹੈ, ਮੇਰੇ ਵੱਲੋਂ ਸਬਮਿਸ਼ਨ ਲੈਟਰ ਲੱਗਦੀ ਹੈ, ਪਾਰਟਿਕੂਲਰ ਬੱਚੇ ਨੂੰ ਕਿਉਂ ਹੱਕ ਦਿੱਤਾ ਜਾਵੇ ਇਸ ਟਾਈਮ, ਕਿਉਂਕਿ ਪਹਿਲਾਂ ਰਿਫਿਊਜ਼ਲ ਲੈ ਚੁੱਕਾ ਹੈ ਸਟੂਡੈਂਟ, ਨੂੰ ਹੁਣ ਵੀਜ਼ਾ ਅਪਰੂਵ ਕੀਤਾ ਜਾਏ। ਸੋ ਰਿਜੈਕਸ਼ਨ ਤੋਂ ਅਪਰੂਵਲ ਦਾ ਜਿਹੜਾ ਸਫ਼ਰ ਹੈ ਉਹ ਸਟੂਡੈਂਟਸ ਨੂੰ ਅਸੀਂ ਤੈਅ ਕਰਵਾਉਂਦੇ ਹਾਂ। ਉਸ ਤੋਂ ਬਾਅਦ ਜਿਹੜੀਆਂ ਹੋਰ ਸਰਵਿਸਿਜ਼ ਨੇ, ਇੱਥੇ ਹੀ ਨਹੀਂ, ਕੈਨੇਡਾ ਜਾਣ ਤੋਂ ਬਾਅਦ ਵਿੱਚ ਉਹ ਵੀ ਉਹਨਾਂ ਨੂੰ ਨਾਲ ਦੇ ਨਾਲ ਗਾਈਡ ਕੀਤਾ ਜਾਂਦਾ ਹੈ ਕਿ ਕੱਲ੍ਹ ਨੂੰ ਜਾ ਕੇ ਵੀ ਤੁਹਾਨੂੰ ਕਿਸੇ ਤਰੀਕੇ ਦੀ ਪਰੇਸ਼ਾਨੀ ਨਾ ਹੋਏ।
ਪੀਆਰ ਕਿਸ ਤਰ੍ਹਾਂ ਲੈਣੀ ਹੈ, ਉੱਥੇ ਕੱਲ ਨੂੰ ਜਦੋਂ ਤੁਸੀਂ ਪਹਿਲਾ ਸਟੈਪ ਆ ਉੱਥੇ ਉਤਰਨਾ ਹੈ, ਅਕਮੋਡੇਸ਼ਨ ਨੂੰ ਲੈ ਕੇ, ਇੰਸ਼ੋਰੈਂਸ ਨੂੰ ਲੈ ਕੇ, ਉੱਥੇ ਵਰਕ ਪਰਮਿਟ ਕਿਸ ਤਰ੍ਹਾਂ ਲੈਣਾ ਹੈ, ਜਾਂ ਕੱਲ ਨੂੰ ਉਹਨਾਂ ਨੂੰ ਹੋਰ ਹਰ ਇੱਕ ਤਰੀਕੇ ਨਾਲ ਪੀਆਰ ਤੱਕ ਗਾਈਡ ਕੀਤਾ ਜਾਂਦਾ ਹੈ। ਬਿਲਕੁਲ ਠੀਕ ਹੈ ਜੀ। ਜੀ। ਸੋ ਥੈਂਕ ਯੂ ਸੋ ਮਚ। ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਜਿਹੜੀ ਤੁਸੀਂ ਸਾਡੇ ਨਾਲ ਸ਼ੇਅਰ ਕੀਤੀ ਹੈ। ਸਟੂਡੈਂਟਸ ਨੂੰ ਬਿਲਕੁਲ ਫਾਇਦਾ ਹੋਊਗਾ। ਤੁਸੀਂ ਇੰਡੀਆ ਦੇ ਕਿਸੇ ਕੋਨੇ ਚੋਂ ਜਾਂ ਤੁਸੀਂ ਦੁਨੀਆ ਦੇ ਕਿਸੇ ਕੋਨੇ ਚੋਂ ਤੁਸੀਂ 950141 97041 9704197041 WhatsApp ਕਰੋ ਜਾਂ WhatsApp ਕਾਲ ਕਰੋ, WhatsApp ਮੈਸੇਜ ਡ੍ਰੌਪ ਕਰੋ, ਔਰ ਤੁਸੀਂ ਫਾਈਲ ਲੌਂਚ ਕਰਨਾ ਚਾਹੁੰਦੇ ਹੋ ਰਿਫਿਊਜ਼ਲ ਤੋਂ ਬਾਅਦ ਤੇ ਤੁਸੀਂ ਬਿਲਕੁਲ ਸਕਾਈਟੈਗ ਇਮੀਗ੍ਰੇਸ਼ਨ ਤੋਂ ਕਰ ਸਕਦੇ ਹੋ, ਕਿਉਂਕਿ ਰੈਗੂਲੇਟਡ ਨੇ। ਔਰ ਜਿਵੇਂ ਇਹਨਾਂ ਨੇ ਦੱਸਿਆ, ਤੁਸੀਂ ਜ਼ਰੂਰ ਇੱਕ ਵਾਰੀ ਐਪਲੀਕੇਸ਼ਨ ਦੇ ਵਿੱਚ ਅਜਿੰਦਰਵੀਰ ਕੌਰ ਗਿੱਲ ਜੀ ਦਾ ਨਾਮ ਭਰੋ ਤਾਂ ਕਿ ਤੁਹਾਨੂੰ ਇੱਕ ਪੌਪਅਪ ਰਿਸੀਵ ਹੋਵੇ ਤੇ ਫਿਰ ਤੁਸੀਂ ਹੋਰ ਇਨਫੋਰਮੇਸ਼ਨ ਹੈ ਜਿਹੜੀ ਉਹ ਹਾਸਲ ਕਰ ਸਕਦੇ। ਥੈਂਕ ਯੂ ਸੋ ਮਚ ਅਜਿੰਦਰਵੀਰ ਕੌਰ ਜੀ, ਫਿਰ ਮੁਲਾਕਾਤ। ਜੀ, ਥੈਂਕ ਯੂ ਸੋ ਮਚ।